Hello students, beta from this video we are going to start our next chapter. That one is chapter 4th, unit 7th, chapter 4th, and chapter 4th है बेटा thermal properties of matter. ठीक है, ਇਹ ਚੈਪਟਰ ਸਟਾਰਟ ਕਰਦੇ ਹਾਂ। ਇਸ ਦੇ ਵਿੱਚ ਸਭ ਤੋਂ ਫਸਟ ਅਸੀਂ ਰੀਡ ਕਰਾਂਗੇ ਅਬਾਊਟ ਹੀਟ એનર્ਜੀ। ਹੀਟ એનર્ਜੀ ਕਿਸ ਨੂੰ ਕਹਿੰਦੇ ਨੇ ਐਂਡ ਬੋਡੀ 'ਚ ਕਿਵੇਂ ਆਉਂਦੀ ਹੈ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ, ਆਪਾਂ ਜਿਹੜਾ ਮੈਟਰ ਹੈ ਮਟੀਰੀਅਲ ਨੂੰ ਅਸੀਂ 3 ਕੈਟਾਗਰੀ 'ਚ ਡਿਵਾਈਡ ਕਰਦੇ ਹੁੰਦੇ। 3 ਕੈਟਾਗਰੀਜ਼ ਕਿਹੜੀਆਂ ਬੇਟਾ? ਸੋਲਿਡ, ਲਿਕੁਇਡ, ਗੈਸ। ਸੋਲਿਡ, ਲਿਕੁਇਡ ਐਂਡ ਗੈਸ 'ਚੋਂ ਸਭ ਤੋਂ ਜ਼ਿਆਦਾ ਮੋਸ਼ਨ ਅਗਰ ਕਿਸੇ ਪਾਰਟੀਕਲਸ ਦਾ ਹੁੰਦਾ ਹੈ ਉਹ ਗੈਸੀਅਸ ਪਾਰਟੀਕਲਸ ਦਾ ਹੁੰਦਾ ਹੈ। ਤੁਹਾਨੂੰ ਪਤਾ ਹੈ ਨਾ। ਸਪੋਜ਼ ਕਰੋ ਆ ਕੰਟੇਨਰ ਹੈ, ਤਾਂ ਜਿਹੜੇ ਗੈਸ ਦੇ ਪਾਰਟੀਕਲਸ ਹੈ ਇਹਨਾਂ 'ਚ ਸਭ ਤੋਂ ਜ਼ਿਆਦਾ ਮੋਸ਼ਨ ਹੁੰਦਾ ਹੈ। these particles moves randomly here and there, ਇੱਧਰ ਉੱਧਰ ਰੈਂਡਮਲੀ ਮੂਵ ਕਰਦੇ ਹੁੰਦੇ ਨੇ ਲਾਈਕ ਦਿਸ, ਹੈ ਨਾ। ਉਸ ਤੋਂ ਬਾਅਦ ਅਗਰ ਆਪਾਂ ਲਿਕੁਇਡ ਪਾਰਟੀਕਲਸ ਦੀ ਗੱਲ ਕਰੀਏ, ਲਿਕੁਇਡ ਪਾਰਟੀਕਲਸ ਦੇ ਵਿੱਚ ਮੋਸ਼ਨ ਥੋੜ੍ਹਾ ਜਿਹਾ ਘੱਟ ਹੁੰਦਾ ਹੈ। ਲਿਕੁਇਡ ਦੇ ਪਾਰਟੀਕਲਸ ਆਪਣਾ ਸਰਫੇਸ ਦੇ ਅੰਦਰ ਇੱਧਰ ਉੱਧਰ ਮੂਵ ਕਰ ਸਕਦੇ ਹੁੰਦੇ ਨੇ, ਦੇ ਆਰ ਮੂਵਿੰਗ ਰੈਂਡਮਲੀ। ਸੋ ਮੋਸ਼ਨ ਹੈ ਨਾ ਵੈਰੀ ਲਾਰਜ ਨਹੀਂ ਹੁੰਦਾ, ਸਿਰਫ ਲਾਰਜ ਹੁੰਦਾ ਕਿਉਂਕਿ ਉਹ ਸਰਫੇਸ ਦੇ ਅੰਦਰ ਇੱਧਰ ਉੱਧਰ ਮੂਵ ਕਰ ਸਕਦੇ ਨੇ। ਸਰਫੇਸ ਦੇ ਅੰਦਰ ਇੱਧਰ ਉੱਧਰ ਮੂਵ ਕਰ ਸਕਦੇ ਹੁੰਦੇ ਨੇ, ਬਸ ਸਰਫੇਸ ਛੱਡ ਕੇ ਨਹੀਂ ਜਾ ਸਕਦੇ। ਗੈਸ ਦੇ ਪਾਰਟੀਕਲਸ ਤਾਂ ਸਰਫੇਸ ਛੱਡ ਕੇ ਵੀ ਜਾ ਸਕਦੇ ਹੁੰਦੇ ਨੇ, ਇਹਨਾਂ 'ਚ ਮੋਸ਼ਨ ਬਹੁਤ ਜ਼ਿਆਦਾ ਹੁੰਦਾ। ਲਿਕੁਇਡਸ ਦੇ ਪਾਰਟੀਕਲਸ 'ਚ ਮੋਸ਼ਨ ਥੋੜ੍ਹਾ ਜਿਹਾ ਘੱਟ ਹੁੰਦਾ। ਜਿਹੜੇ ਸੋਲਿਡ ਦੇ ਪਾਰਟੀਕਲਸ ਨੇ, ਸੋਲਿਡ ਦੇ ਪਾਰਟੀਕਲਸ ਹੈ ਨਾ, ਸੋਲਿਡ ਦੇ ਇਹ ਪਾਰਟੀਕਲਸ 'ਚ ਮੋਸ਼ਨ ਬਹੁਤ ਸਮੋਲ ਹੁੰਦਾ, ਸਮੋਲ ਮੋਸ਼ਨ ਹੁੰਦਾ। ਇਹ ਪਾਰਟੀਕਲਸ ਨੂੰ ਤਾਂ ਜੇ ਐਨਰਜੀ ਮਿਲਦੀ ਵੀ ਹੈ ਇਹ ਆਪਣੀ ਪੋਜੀਸ਼ਨ 'ਤੇ ਵਾਈਬਰੇਟ ਕਰਦੇ ਨੇ ਲਾਈਕ ਦਿਸ, ਐਵੇਂ ਅਪ ਐਂਡ ਡਾਊਨ ਜਾਂ ਸਾਈਡ, ਇਹ ਸਿਰਫ ਵਾਈਬਰੇਟ ਕਰਦੇ ਨੇ। ਇਹਨਾਂ 'ਚ ਵਾਈਬ੍ਰੇਸ਼ਨਲ ਮੋਸ਼ਨ ਹੁੰਦਾ, ਉੱਪਰ ਨੀਚੇ ਨੂੰ ਐਵੇਂ ਵਾਈਬਰੇਟ ਕਰਨਗੇ। ਇਹ ਸਾਈਡਸ 'ਤੇ ਵੀ ਵਾਈਬਰੇਟ ਕਰ ਸਕਦੇ ਨੇ, ਹੈ ਨਾ। ਇਹ ਆਪਣੀ ਪੋਜੀਸ਼ਨ ਛੱਡ ਕੇ ਇੱਧਰ ਉੱਧਰ ਮੂਵ ਨਹੀਂ ਕਰ ਸਕਦੇ ਹੁੰਦੇ, ਆਪਣੀ ਪੋਜੀਸ਼ਨਸ 'ਤੇ ਕੀ ਕਰਦੇ ਹੁੰਦੇ ਨੇ, ਵਾਈਬਰੇਟ ਕਰਦੇ ਹੁੰਦੇ ਨੇ, ਵਾਈਬਰੇਟ, ਹੈ ਨਾ। ਤਾਂ ਤੁਹਾਨੂੰ ਇਹ ਚੀਜ਼ਾਂ ਆਲਰੇਡੀ ਪਤਾ ਸੀਗੀਆਂ ਬੇਟਾ, ਮੈਂ ਤਾਂ ਤੁਹਾਨੂੰ ਸਿਰਫ ਰੀਕੈਪ ਕਰਵਾਈਆਂ ਨੇ ਵੀ ਮੈਟਰ ਨੂੰ ਅਸੀਂ ਜਨਰਲੀ ਕਿੰਨੀ ਸਟੇਟਸ ਡਿਵਾਈਡ ਕਰਦੇ ਹਾਂ, 3 ਸਟੇਟਸ 'ਚ ਡਿਵਾਈਡ ਕਰਦੇ ਹਾਂ। ਉਸ ਤੋਂ ਜ਼ਿਆਦਾ ਹੈ ਨਾ ਉਹਨਾਂ 3 ਸਟੇਟਸ ਦੇ ਵਿੱਚੋਂ ਸਮਝ ਲਓ ਨਾ ਵੀ ਮੈਟਰ ਨੂੰ ਅਸੀਂ ਜਨਰਲੀ ਕਿੰਨੀਆਂ ਸਟੇਟਸ ਡਿਵਾਈਡ ਕਰਦੇ ਹਾਂ ਬੇਟਾ, 3 ਸਟੇਟਸ। 3 ਸਟੇਟਸ ਕਿਹੜੀਆਂ? ਸੋਲਿਡ, ਲਿਕੁਇਡ ਐਂਡ ਗੈਸ। ਐਂਡ ਇਹਨਾਂ ਤਿੰਨੇ ਸਟੇਟਸ ਦੇ ਵਿੱਚੋਂ ਸਭ ਤੋਂ ਜ਼ਿਆਦਾ ਅਗਰ ਪਾਰਟੀਕਲਸ ਦਾ ਮੋਸ਼ਨ ਕਿਸੇ ਸਟੇਟ 'ਚ ਹੁੰਦਾ ਹੈ ਤਾਂ ਕਿਸ ਸਟੇਟ 'ਚ ਹੁੰਦਾ ਬੇਟਾ? ਗੈਸੀਅਸ ਸਟੇਟ। ਉਸ ਤੋਂ ਘੱਟ ਮੋਸ਼ਨ ਕਿਸ ਸਟੇਟ 'ਚ ਹੁੰਦਾ? ਲਿਕੁਇਡ ਸਟੇਟ। ਲਿਕੁਇਡ ਸਟੇਟ ਨਾਲੋਂ ਵੀ ਘੱਟ ਮੋਸ਼ਨ ਕਿਸ ਸਟੇਟ 'ਚ ਹੁੰਦਾ? ਸੋਲਿਡ ਸਟੇਟ। ਠੀਕ ਹੈ। ਅੱਛਾ ਹੁਣ ਤੁਸੀਂ ਇਹ ਚੈੱਕ ਕਰੋ ਵੀ ਤਿੰਨੇ ਸਟੇਟਸ ਦੇ ਵਿੱਚ ਜਿਹੜੇ ਪਾਰਟੀਕਲਸ ਹੈ ਉਹ ਮੂਵ ਕਰ ਰਹੇ ਨੇ, ਤਿੰਨੇ ਸਟੇਟਸ 'ਚ ਪਾਰਟੀਕਲ ਮੂਵ ਕਰ ਰਹੇ ਨੇ, ਸੋਲਿਡ 'ਚ ਵੀ, ਲਿਕੁਇਡ 'ਚ ਵੀ, ਗੈਸ 'ਚ ਵੀ। ਤਾਂ ਡਿਊ ਟੂ ਮੋਸ਼ਨ each particle possess some kinetic energy। ਮੋਸ਼ਨ ਕਾਰਨ ਕਿਸੇ ਵੀ ਚੀਜ਼ 'ਚ ਕਿਹੜੀ ਐਨਰਜੀ ਆਉਂਦੀ ਹੁੰਦੀ ਹੈ? ਕਾਈਨੈਟਿਕ ਐਨਰਜੀ। ਤਾਂ ਕਿਉਂਕਿ ਤਿੰਨੇ ਸਟੇਟਸ ਦੇ ਪਾਰਟੀਕਲਸ ਮੂਵ ਕਰ ਰਹੇ ਨੇ, ਇਹ ਵੀ ਮੂਵ ਕਰ ਰਹੇ ਨੇ ਰੈਂਡਮਲੀ, ਇਹ ਵੀ ਮੂਵ ਕਰ ਰਹੇ ਨੇ, ਇਹ ਵੀ ਆਪਣੀ ਪੋਜੀਸ਼ਨ 'ਤੇ ਮੂਵ ਕਰ ਰਹੇ ਨੇ, ਇੱਧਰ ਉੱਧਰ ਹਿੱਲ ਰਹੇ ਨੇ, ਵਾਈਬਰੇਟ ਕਰ ਰਹੇ ਨੇ। ਤਾਂ ਮੋਸ਼ਨ ਕਾਰਨ ਹਰ ਪਾਰਟੀਕਲ 'ਚ ਕਾਈਨੈਟਿਕ ਐਨਰਜੀ ਹੁੰਦੀ ਹੈ ਐਂਡ ਹਰ ਪਾਰਟੀਕਲ ਆਪਣੀ ਪੋਜੀਸ਼ਨ ਵੀ ਚੇਂਜ ਕਰ ਰਿਹਾ। ਇਸ 'ਚ ਵੀ ਪੋਜੀਸ਼ਨ ਚੇਂਜ ਹੋ ਰਹੀ ਹੈ, ਇਸ 'ਚ ਵੀ ਚੇਂਜ ਹੋ ਰਹੀ ਹੈ, ਇਸ 'ਚ ਵੀ ਉਹ ਥੋੜ੍ਹਾ ਬਹੁਤਾ ਤਾਂ ਆਪਣੀ ਪੋਜੀਸ਼ਨ ਤੋਂ ਹਿੱਲਦੇ ਨੇ ਨਾ। ਤਾਂ ਡਿਊ ਟੂ ਚੇਂਜ ਇਨ ਪੋਜੀਸ਼ਨ, ਡਿਊ ਟੂ ਚੇਂਜ ਇਨ position each particle possesses some potential energy।
ਮੋਸ਼ਨ ਕਾਰਨ ਕਾਈਨੈਟਿਕ એનર્ਜੀ ਆਉਂਦੀ ਹੁੰਦੀ ਹੈ, ਚੇਂਜ ਇਨ ਪੋਜੀਸ਼ਨ ਕਾਰਨ ਪੋਟੈਂਸ਼ੀਅਲ એનર્ਜੀ ਆਉਂਦੀ ਹੁੰਦੀ ਹੈ ਕਿ ਨਹੀਂ ਆਉਂਦੀ? ਪਤਾ ਕਿ ਨਹੀਂ ਪਤਾ ਬੇਟਾ? ਵੀ ਮੋਸ਼ਨ ਕਾਰਨ ਕਾਈਨੈਟਿਕ એનર્ਜੀ ਆਉਂਦੀ ਹੁੰਦੀ ਹੈ, ਚੇਂਜ ਇਨ ਪੋਜੀਸ਼ਨ ਕਾਰਨ ਪੋਟੈਂਸ਼ੀਅਲ એનર્ਜੀ ਆਉਂਦੀ ਹੁੰਦੀ ਹੈ ਨਾ। ਤਾਂ ਇਹ ਸਾਰੇ ਪਾਰਟੀਕਲਸ ਮੋਸ਼ਨ 'ਚ ਵੀ ਨੇ, ਇਸ ਕਰਕੇ ਹਰ ਪਾਰਟੀਕਲ 'ਚ ਕਾਈਨੈਟਿਕ એનર્ਜੀ ਵੀ ਹੋਏਗੀ ਐਂਡ ਸਾਰੇ ਪਾਰਟੀਕਲਸ ਆਪਣੀ ਆਪਣੀ ਪੋਜੀਸ਼ਨ ਕੀ ਕਰ ਰਹੇ ਨੇ, ਚੇਂਜ, ਇਸ ਕਰਕੇ ਹਰ ਪਾਰਟੀਕਲਸ 'ਚ ਪੋਟੈਂਸ਼ੀਅਲ એનર્ਜੀ ਵੀ ਆਏਗੀ। ਸਾਰੇ ਪਾਰਟੀਕਲਸ ਦੀ ਪੋਟੈਂਸ਼ੀਅਲ એનર્ਜੀ ਤੇ ਕਾਈਨੈਟਿਕ એનર્ਜੀ ਦਾ ਸਮ ਕਰ ਦਿਓ, that becomes heat energy. Sum of kinetic energy and potential energy of all the particles of system. Sum of kinetic energy motion ਕਾਰਨ, potential energy due to change in position ਕਾਰਨ, ਉਹਨਾਂ ਸਾਰੇ ਪਾਰਟੀਕਲਸ ਦੀ, ਇੱਕ ਸਿਸਟਮ 'ਚ ਜਿੰਨੇ ਵੀ ਪਾਰਟੀਕਲਸ ਹੈ, ਇੱਕ ਸਿਸਟਮ 'ਚ ਜਿੰਨੇ ਵੀ ਪਾਰਟੀਕਲਸ ਹੈ, ਸਾਰੇ ਪਾਰਟੀਕਲਸ ਦੀ ਕਾਈਨੈਟਿਕ ਤੇ ਪੋਟੈਂਸ਼ੀਅਲ એનર્ਜੀ ਦਾ ਸਮ ਕਰ ਦਿਓ, ਹੈ ਨਾ। ਦੈਟ ਸਮ ਇਜ਼ ਨੋਨ ਐਜ਼ ਹੀਟ એનર્ਜੀ। ਉਹ ਹੁੰਦੀ ਹੈ ਬੇਟਾ ਬੋਡੀ ਦੀ ਹੀਟ એનર્ਜੀ, ਠੀਕ ਹੈ। ਐਂਡ ਹੁਣ ਸੁਣੋ, ਜਿੰਨਾ ਕਿਸੇ ਦਾ ਮੋਸ਼ਨ ਜ਼ਿਆਦਾ ਹੋਏਗਾ ਉਨੀ ਉਸ 'ਚ ਕਾਈਨੈਟਿਕ એનર્ਜੀ ਜ਼ਿਆਦਾ ਹੋਏਗੀ, ਜਿੰਨੀ ਕਾਈਨੈਟਿਕ એનર્ਜੀ ਜ਼ਿਆਦਾ ਹੋਏਗੀ ਉਨੀ ਹੀਟ એનર્ਜੀ ਜ਼ਿਆਦਾ ਹੋਏਗੀ। ਜਿੰਨਾ ਮੋਸ਼ਨ ਘੱਟ ਹੋਏਗਾ ਉਨੀ ਕਾਈਨੈਟਿਕ એનર્ਜੀ ਤੇ ਪੋਟੈਂਸ਼ੀਅਲ એનર્ਜੀਜ਼ ਘੱਟ ਬਣਨਗੀਆਂ, ਉਨੀ ਹੀਟ એનર્ਜੀ ਘੱਟ ਬਣੇਗੀ। ਸਭ ਤੋਂ ਜ਼ਿਆਦਾ ਮੋਸ਼ਨ ਕਿਸ 'ਚ ਹੁੰਦਾ? ਗੈਸੀਅਸ। ਤਾਂ ਗੈਸੀਅਸ ਸਿਸਟਮ ਦੇ ਵਿੱਚ ਹੀਟ એનર્ਜੀ ਸਭ ਤੋਂ ਜ਼ਿਆਦਾ ਹੁੰਦੀ ਹੈ। ਗੈਸੀਅਸ ਨਾਲੋਂ ਮੋਸ਼ਨ ਕਿਸ ਦਾ ਘੱਟ ਹੁੰਦਾ? ਲਿਕੁਇਡਸ ਦਾ। ਲਿਕੁਇਡਸ ਦੇ ਵਿੱਚ ਹੀਟ એનર્ਜੀ, ਹੈ ਨਾ, ਮੋਸ਼ਨ ਘੱਟ ਹੈ ਤਾਂ ਲਿਕੁਇਡਸ ਦੇ ਵਿੱਚ ਹੀਟ એનર્ਜੀ ਘੱਟ ਹੋਏਗੀ। ਸਭ ਤੋਂ ਘੱਟ ਮੋਸ਼ਨ ਕਿਸ 'ਚ ਹੁੰਦਾ? ਸੋਲਿਡਸ 'ਚ। ਸੋਲਿਡਸ ਦੇ ਵਿੱਚ ਹੀਟ એનર્ਜੀ ਹੋਰ ਘੱਟ ਜਾਏਗੀ। ਸੋ ਸਭ ਤੋਂ ਜ਼ਿਆਦਾ ਹੀਟ એનર્ਜੀ ਕਿਸ ਸਿਸਟਮ 'ਚ ਹੁੰਦੀ ਹੈ? ਗੈਸੀਅਸ ਸਿਸਟਮ 'ਚ। ਉਸ ਤੋਂ ਘੱਟ ਹੀਟ એનર્ਜੀ ਕਿਸ ਸਿਸਟਮ 'ਚ ਹੁੰਦੀ ਹੈ? ਲਿਕੁਇਡ ਸਿਸਟਮ 'ਚ। ਉਸ ਤੋਂ ਘੱਟ ਹੀਟ એનર્ਜੀ ਕਿਸ ਸਿਸਟਮ 'ਚ ਹੁੰਦੀ ਹੈ? ਸੋਲਿਡ ਸਿਸਟਮ 'ਚ। ਕਲੀਅਰ? ਸੋ ਹੀਟ એનર્ਜੀ ਦੀ ਆ ਡੈਫੀਨੇਸ਼ਨ ਬਣ ਗਈ ਬੇਟਾ। ਹਾਂ ਵਾਲੀ ਸਮ ਆਫ ਕਾਈਨੈਟਿਕ એનર્ਜੀ ਐਂਡ potential energy of all the particles of the system is known as heat energy. ਉਸ ਨੂੰ ਅਸੀਂ ਹੀਟ એનર્ਜੀ ਕਹਿ ਦਿੰਦੇ ਹਾਂ ਬੇਟਾ। ਕਲੀਅਰ? ਕੋਈ ਕਨਫਿਊਜ਼ਨ? ਸਮਝ ਆ ਗਈ? ਹੀਟ એનર્ਜੀ ਇੱਕ ਇਹੋ ਜਿਹੀ એનર્ਜੀ ਹੈ ਜਿਹੜੀ ਹਰ ਬੋਡੀ 'ਚ ਹੋਏਗੀ, ਹਰ ਬੋਡੀ 'ਚ ਹੀਟ એનર્ਜੀ ਹੁੰਦੀ ਹੈ। ਕਲੀਅਰ? ਹਰ ਬੋਡੀ 'ਚ ਹੀਟ એનર્ਜੀ ਹੁੰਦੀ ਹੈ ਬੇਟਾ, ਹੈ ਨਾ। ਕਿਸੇ ਬੋਡੀ 'ਚ ਹੀਟ એનર્ਜੀ ਘੱਟ ਹੁੰਦੀ ਹੈ, ਕਿਸੇ ਬੋਡੀ 'ਚ ਹੀਟ એનર્ਜੀ ਜ਼ਿਆਦਾ ਹੁੰਦੀ ਹੈ। ਜਿਸ ਬੋਡੀ ਦਾ ਟੈਂਪਰੇਚਰ ਹਾਈ ਹੋਏਗਾ, ਟੈਂਪਰੇਚਰ ਹਾਈ ਹੋਏਗਾ, ਉਸ ਬੋਡੀ 'ਚ ਹੀਟ એનર્ਜੀ ਵੀ ਜ਼ਿਆਦਾ ਹੋਏਗੀ। ਜਿਸ ਬੋਡੀ ਦਾ ਟੈਂਪਰੇਚਰ ਲੋ ਹੋਏਗਾ ਉਸ 'ਚ ਹੀਟ એનર્ਜੀ ਸਮੋਲ ਹੋਏਗੀ। ਪਰ ਹਰ ਬੋਡੀ 'ਚ ਹੀਟ એનર્ਜੀ ਹੁੰਦੀ ਹੈ। ਈਵਨ ਕਿ ਜਿਹੜੀ ਆਈਸ ਹੈ, ਮੰਨ ਲਓ ਆਈਸ ਹੈ ਆਪਣੇ ਕੋਲ, ਆਈਸ ਹੈ ਨਾ, -15 ਤੇ ਆਈਸ ਹੈ ਨਾ, ਤਾਂ ਇਸ ਦੇ ਵਿੱਚ ਵੀ ਹੀਟ એનર્ਜੀ ਹੋਏਗੀ। ਇਟ ਆਲਸੋ possesses some heat energy। ਜਿਹੜੀ ਆਈਸ ਹੈ ਨਾ -50 ਤੇ ਹੈ, ਇਟ ਆਲਸੋ possesses some heat energy। ਇਸ 'ਚ ਵੀ ਹੀਟ એનર્ਜੀ ਹੋਏਗੀ, ਇਸ 'ਚ ਵੀ ਹੀਟ એનર્ਜੀ ਹੋਏਗੀ, ਇਸ 'ਚ ਵੀ ਹੀਟ એનર્ਜੀ ਹੋਏਗੀ। ਇਹ ਵਾਲਾ ਟੈਂਪਰੇਚਰ ਹਾਈ ਹੈ, ਇਸ 'ਚ ਹੀਟ એનર્ਜੀ ਜ਼ਿਆਦਾ ਹੋਏਗੀ ਜਿਹੜੀ ਇਹ ਵਾਲੀ ਆਈਸ ਹੈ। ਇਹ ਵਾਲਾ ਟੈਂਪਰੇਚਰ -50 ਤਾਂ ਲੋ ਹੋ ਗਿਆ ਨਾ, ਲੋ ਟੈਂਪਰੇਚਰ ਹੋ ਗਿਆ ਤਾਂ ਹੀਟ એનર્ਜੀ ਘੱਟ ਹੋਏਗੀ। ਬਟ ਐਵਰੀ ਬੋਡੀ ਪੋਜੈਸਿਸ ਹੀਟ એનર્ਜੀ। ਐਵੇਂ ਨਾ ਸਮਝ ਲਿਓ ਵੀ ਆਈਸ ਹੁੰਦੀ ਹੈ, ਠੰਡੀ ਹੁੰਦੀ ਹੈ, ਉਸ 'ਚ ਹੀਟ એનર્ਜੀ ਨਹੀਂ ਹੁੰਦੀ। ਹਰ ਬੋਡੀ 'ਚ ਹੀਟ એનર્ਜੀ ਹੁੰਦੀ ਹੈ, ਕਿਉਂਕਿ ਹਰ ਬੋਡੀ ਦੇ ਜਿਹੜੇ ਪਾਰਟੀਕਲਸ ਹੈ ਨਾ, ਉਹ ਮੋਸ਼ਨ 'ਚ ਹੁੰਦੇ ਨੇ। ਚਾਹੇ ਉਹ ਥੋੜ੍ਹਾ ਥੋੜ੍ਹਾ ਮੂਵ ਕਰ ਰਹੇ ਹੋਣ, ਚਾਹੇ ਥੋੜ੍ਹਾ ਥੋੜ੍ਹਾ ਹਿੱਲ ਰਹੇ ਹੋਣ, ਚਾਹੇ ਆਪਣੀ ਪੋਜੀਸ਼ਨ 'ਤੇ ਕੀ ਕਰ ਰਹੇ ਹੋਣ, ਵਾਈਬਰੇਟ ਕਰ ਰਹੇ ਹੋਣ, ਹਰ ਬੋਡੀ ਦੇ ਪਾਰਟੀਕਲਸ ਮੋਸ਼ਨ 'ਚ ਹੁੰਦੇ ਨੇ। ਮੋਸ਼ਨ ਕਾਰਨ ਉਹਨਾਂ 'ਚ ਕਾਈਨੈਟਿਕ એનર્ਜੀ ਆਉਂਦੀ ਹੈ, ਚੇਂਜ ਇਨ ਪੋਜੀਸ਼ਨ ਕਾਰਨ ਉਹਨਾਂ 'ਚ ਪੋਟੈਂਸ਼ੀਅਲ એનર્ਜੀ ਆਉਂਦੀ ਹੈ। ਤਾਂ ਇੱਕ ਸਿਸਟਮ ਦੇ ਸਾਰੇ ਪਾਰਟੀਕਲਸ ਦੀ ਕਾਈਨੈਟਿਕ એનર્ਜੀ ਤੇ ਪੋਟੈਂਸ਼ੀਅਲ એનર્ਜੀ ਦਾ ਸਮ ਕਰ ਦਿਓ, ਦੈਟ ਬਿਕਮਸ ਦਾ ਹੀਟ એનર્ਜੀ। ਐਂਡ ਇਹ ਹਰ ਬੋਡੀ 'ਚ ਹੁੰਦੀ ਹੈ ਹੀਟ એનર્ਜੀ। ਐਵੇਂ ਨਾ ਸਮਝ ਲਿਓ ਵੀ ਜਿਹੜੀ ਆਈਸ ਹੈ ਉਹ ਠੰਡੀ ਹੈ, ਠੰਡੀ ਆਈਸ ਹੋਣ ਕਰਕੇ ਉਸ 'ਚ ਹੀਟ એનર્ਜੀ ਨਹੀਂ ਹੁੰਦੀ। ਬਹੁਤ ਸਾਰੇ ਸਟੂਡੈਂਟਸ ਦੀ ਇਹ ਗਲਤ ਸੋਚਦੇ ਹੁੰਦੇ ਨੇ। ਬਹੁਤ ਸਾਰੇ ਸਟੂਡੈਂਟਸ ਮਿਸਅੰਡਰਸਟੈਂਡ ਕਰਦੇ ਨੇ ਵੀ ਆਈਸ ਠੰਡੀ ਹੈ, ਉਸ 'ਚ ਹੀਟ એનર્ਜੀ ਨਹੀਂ ਹੋਏਗੀ। ਨਹੀਂ ਬੇਟਾ, ਹਰ ਬੋਡੀ 'ਚ ਹੀਟ એનર્ਜੀ ਹੁੰਦੀ ਹੈ।
-15 ਡਿਗਰੀ ਸੈਲਸੀਅਸ 'ਤੇ ਵੀ ਹੀਟ એનર્ਜੀ ਹੋਏਗੀ, -50 ਡਿਗਰੀ ਸੈਲਸੀਅਸ 'ਤੇ ਵੀ ਹੀਟ એનર્ਜੀ ਹੋਏਗੀ। ਜਿੰਨਾ ਟੈਂਪਰੇਚਰ ਹਾਈ ਹੋਏਗਾ ਉਨੀ ਹੀਟ એનર્ਜੀ ਜ਼ਿਆਦਾ ਹੋਏਗੀ, ਜਿੰਨਾ ਟੈਂਪਰੇਚਰ ਲੋ ਹੋਏਗਾ ਉਨੀ ਹੀਟ એનર્ਜੀ ਘੱਟ ਹੋਏਗੀ। ਬਟ ਐਵਰੀ ਬੋਡੀ ਪੋਜੈਸਿਸ ਸਮ ਹੀਟ એનર્ਜੀ। ਹੀਟ એનર્ਜੀ ਇੱਕ ਇਹੋ ਜਿਹੀ એનર્ਜੀ ਹੈ ਬੇਟਾ, ਜਦੋਂ ਤੁਸੀਂ ਨਾ ਹੈ ਨਾ ਇੱਕ ਦੋ ਬੋਡੀਜ਼, ਸਪੋਜ਼ ਦਿਸ ਇਜ਼ ਬੋਡੀ A at high temperature, this is body B at low temperature। ਇੱਕ ਬੋਡੀ A ਹੈ ਹਾਈ ਟੈਂਪਰੇਚਰ 'ਤੇ, ਇੱਕ ਬੋਡੀ B ਹੈ ਲੋ ਟੈਂਪਰੇਚਰ 'ਤੇ। ਦੋਨਾਂ ਬੋਡੀਜ਼ ਨੂੰ ਨਾ ਤੁਸੀਂ ਆਪਸ 'ਚ ਕੰਟੈਕਟ 'ਚ ਲਿਆਓ, A ਬੋਡੀ ਅਤੇ B ਬੋਡੀ ਨੂੰ ਆਪਸ 'ਚ ਕੰਟੈਕਟ 'ਚ ਲਿਆਓ। ਜਿਹੜੀ ਹੀਟ એનર્ਜੀ ਹੈ ਇਹ ਆਪਣੇ ਆਪ ਟਰਾਂਸਫਰ ਹੋਏਗੀ, ਆਪਣੇ ਆਪ, ਫਰੋਮ ਹਾਈ ਟੈਂਪਰੇਚਰ ਬੋਡੀ ਟੂ ਲੋ ਟੈਂਪਰੇਚਰ ਬੋਡੀ, ਆਪਣੇ ਆਪ ਟਰਾਂਸਫਰ ਹੋਏਗੀ। ਹੀਟ એનર્ਜੀ is that kind of energy which transfers itself from high temperature body to low temperature body। ਹੀਟ એનર્ਜੀ ਇੱਕ ਇਹੋ ਜਿਹੀ એનર્ਜੀ ਹੈ ਜਿਹੜੀ ਆਪਣੇ ਆਪ ਵਿੱਚ ਟਰਾਂਸਫਰ ਇਟਸੈਲਫ ਫਰੋਮ ਹਾਈ ਟੈਂਪਰੇਚਰ ਬੋਡੀ ਟੂ ਲੋ ਟੈਂਪਰੇਚਰ ਬੋਡੀ, ਆਪਣੇ ਆਪ ਹਾਈ ਟੈਂਪਰੇਚਰ ਬੋਡੀ ਤੋਂ ਲੋ ਟੈਂਪਰੇਚਰ ਬੋਡੀ ਵੱਲ ਫਲੋ ਕਰਦੀ ਹੈ। ਕਦ ਤੱਕ ਫਲੋ ਕਰਦੀ ਹੈ? ਜਦ ਤੱਕ ਦੋਨਾਂ ਦਾ ਟੈਂਪਰੇਚਰ ਕੀ ਨਹੀਂ ਹੋ ਜਾਂਦਾ, ਸੇਮ। ਜਦੋਂ ਟੈਂਪਰੇਚਰ ਸੇਮ ਹੋ ਗਿਆ, ਦੈਟ ਸੇਮ ਟੈਂਪਰੇਚਰ ਇਜ਼ ਨੋਨ ਐਜ਼ ਇਕੁਇਲਿਬਰੀਅਮ ਟੈਂਪਰੇਚਰ। ਉਦੋਂ ਤੱਕ, ਜਦ ਤੱਕ ਟੈਂਪਰੇਚਰ ਇਕੁਇਲਿਬਰੀਅਮ ਟੈਂਪਰੇਚਰ 'ਤੇ ਨਹੀਂ ਪਹੁੰਚਦਾ, ਉਦੋਂ ਤੱਕ ਹੀਟ એનર્ਜੀ ਫਲੋ ਹੋਈ ਜਾਏਗੀ ਫਰੋਮ ਹਾਈ ਟੈਂਪਰੇਚਰ ਟੂ ਲੋ ਟੈਂਪਰੇਚਰ। ਜਦ ਦੋਨਾਂ ਦਾ ਟੈਂਪਰੇਚਰ ਕੀ ਹੋ ਗਿਆ ਬੇਟਾ, ਸੇਮ, ਫਿਰ ਹੀਟ એનર્ਜੀ ਦਾ ਫਲੋ ਬੰਦ ਹੋ ਜਾਂਦਾ ਹੈ। ਇਹ ਇਹੋ ਜਿਹੀ એનર્ਜੀ ਹੈ ਜਿਹੜੀ ਆਪਣੇ ਆਪ ਫਲੋ ਕਰਦੀ ਹੈ, ਆਪਣੇ ਆਪ, ਕੁਛ ਕਰਨ ਦੀ ਲੋੜ ਨਹੀਂ, ਬਸ ਬੋਡੀਜ਼ ਨੂੰ ਕੰਟੈਕਟ 'ਚ ਲਿਆਓ। ਦੋ ਬੋਡੀਜ਼ ਵਿਚ ਆਰ ਐਟ ਡਿਫਰੈਂਟ ਟੈਂਪਰੇਚਰ, ਇੱਕ ਹਾਈ ਟੈਂਪਰੇਚਰ, ਇੱਕ ਲੋ ਟੈਂਪਰੇਚਰ। ਕੁਛ ਨਹੀਂ ਕਰਨਾ, ਦੋ ਬੋਡੀਜ਼ ਨੂੰ ਕੰਟੈਕਟ 'ਚ ਲਿਆਓ। ਕੰਟੈਕਟ 'ਚ ਲਿਆਉਂਦੇ ਸਾਰ ਇਹ ਜਿਹੜੀ ਹੀਟ એનર્ਜੀ ਹੈ ਆਪਣੇ ਆਪ ਫਲੋ ਹੋਏਗੀ ਫਰੋਮ ਹਾਈ ਟੈਂਪਰੇਚਰ ਟੂ ਲੋ ਟੈਂਪਰੇਚਰ। ਕਲੀਅਰ ਬੇਟਾ? ਅੱਛਾ, ਹੀਟ એનર્ਜੀ ਇੱਕ એનર્ਜੀ ਹੈ, wait a minute, yes, heat energy, it is a energy। ਇਸ ਕਰਕੇ ਜਿਹੜੇ ਇਹਦੇ ਯੂਨਿਟਸ ਹੈ, ਯੂਨਿਟਸ ਆਫ ਹੀਟ એનર્ਜੀ, ਹੀਟ એનર્ਜੀ ਦੇ ਯੂਨਿਟਸ એનર્ਜੀ ਵਾਲੇ ਹੋਣਗੇ। is same as that of એનર્ਜੀ ਵਰਗੇ ਜੋ ਯੂਨਿਟਸ એનર્ਜੀ ਦੇ ਨੇ ਉਹੀ ਯੂਨਿਟਸ ਹੀਟ એનર્ਜੀ ਦੇ ਹੋਣਗੇ। એનર્ਜੀ ਦੇ ਯੂਨਿਟਸ SI ਸਿਸਟਮ 'ਚ, SI ਸਿਸਟਮ 'ਚ એનર્ਜੀ ਦੇ ਯੂਨਿਟਸ ਜਾਊਲਸ ਹੁੰਦੇ ਨੇ, ਜਾਊਲਸ। CGS ਸਿਸਟਮ 'ਚ એનર્ਜੀ ਦੇ ਯੂਨਿਟਸ ਅਰਗਸ ਹੁੰਦੇ ਨੇ। 1 joule is equal to 10 raised to power 7 ergs ਦੇ ਇਕੁਅਲ ਹੁੰਦਾ। ਤਾਂ ਬੇਟਾ ਹੀਟ એનર્ਜੀ ਦੇ ਵੀ ਇਹੀ ਯੂਨਿਟਸ ਹੈ। ਹੀਟ એનર્ਜੀ ਦੇ SI ਸਿਸਟਮ 'ਚ ਜਾਊਲਸ ਹੁੰਦੇ ਨੇ, CGS ਸਿਸਟਮ 'ਚ ਅਰਗਸ ਹੁੰਦੇ ਨੇ। 1 joule is equal to 10 raised to 7 ergs। ਬਟ ਜਨਰਲੀ heat is also measured in, heat is also measured in calories। ਜਿਹੜੀ ਜ਼ਿਆਦਾਤਰ ਨੂਮੈਰੀਕਲਸ 'ਚ ਜਾਂ ਅਸੀਂ ਹੀਟ ਮੇਜਰ ਕਰਦੇ ਹਾਂ ਉਹ ਕੈਲਰੀਜ਼ 'ਚ ਵੀ ਮੇਜਰ ਕਰਦੇ ਹਾਂ ਬੇਟਾ। ਕੈਲਰੀਜ਼ ਕੋਈ SI ਜਾਂ CGS ਸਿਸਟਮ 'ਚ ਨਹੀਂ ਹੈਗੇ ਯੂਨਿਟਸ, ਹੈ ਨਾ। ਕੈਲਰੀਜ਼ ਨਾ SI ਸਿਸਟਮ ਦੇ ਯੂਨਿਟਸ ਹੈ, ਨਾ ਕੈਲਰੀਜ਼ CGS ਸਿਸਟਮ ਦੇ ਯੂਨਿਟਸ ਹੈ। ਫਿਰ ਵੀ ਅਸੀਂ ਹੀਟ ਨੂੰ ਕਈ ਵਾਰ ਕੈਲਰੀਜ਼ 'ਚ ਮੇਜਰ ਕਰਦੇ ਹਾਂ, ਠੀਕ ਹੈ। ਜਿਹੜੇ 1 ਕੈਲਰੀ ਦੀ ਡੈਫੀਨੇਸ਼ਨ ਕੀ ਬਣੇਗੀ ਬੇਟਾ? 1 ਕੈਲਰੀ ਦੀ ਡੈਫੀਨੇਸ਼ਨ, it may be defined as that amount of heat energy, it may be defined as that amount of heat energy with the help of which
with the help of which we can rise the temperature of 1 gram of substance by 1 degree Celsius or 1 Kelvin। 1 ग्राम ऑफ सबसटांस ਦਾ ਟੈਂਪਰੇਚਰ 1 ਡਿਗਰੀ ਸੈਲਸੀਅਸ ਤੱਕ ਰਾਈਜ਼ ਕਰਨਾ ਹੈ, ਜਿੰਨੀ ਹੀਟ ਚਾਹੀਦੀ ਦੈਟ ਇਟ ਇਜ਼ ਨੋਨ ਐਜ਼ 1 ਕੈਲਰੀ। ਸਮਝ ਗਏ? 1 ਗ੍ਰਾਮ ਆਫ ਸਬਸਟਾਂਸ ਦਾ ਟੈਂਪਰੇਚਰ 1 ਡਿਗਰੀ ਸੈਲਸੀਅਸ ਤੱਕ ਰਾਈਜ਼ ਕਰਨਾ ਹੈ। 1 ਗ੍ਰਾਮ ਆਫ ਸਬਸਟਾਂਸ ਦਾ ਟੈਂਪਰੇਚਰ 1 ਡਿਗਰੀ ਸੈਲਸੀਅਸ ਤੱਕ ਰਾਈਜ਼ ਕਰਨਾ ਹੈ, ਜਿੰਨੀ ਸਾਨੂੰ ਹੀਟ ਚਾਹੀਦੀ ਹੈ ਦੈਟ ਹੀਟ ਇਜ਼ ਨੋਨ ਐਜ਼ 1 ਕੈਲਰੀ। 1 ਕੈਲਰੀ ਦੀ ਵੈਲਿਊ 1 ਕੈਲਰੀ 4186 ਜਾਊਲਸ ਦੇ ਇਕੁਅਲ ਹੁੰਦਾ ਬੇਟਾ, ਜਿਹਨੂੰ ਅਪਰੋਕਸੀਮੇਟਲੀ 4.2 ਜਾਊਲਸ ਵੀ ਲਿਖ ਲੈਂਦੇ ਹਾਂ ਰਾਊਂਡ ਆਫ ਕਰਕੇ 4.2 1 ਕੈਲਰੀ ਇਜ਼ ਇਕੁਅਲ ਟੂ 4.2 ਐਵੇਂ 4.186 4.2 ਜਾਊਲਸ ਦੇ ਵੀ ਇਕੁਅਲ ਹੁੰਦਾ ਬੇਟਾ ਇਹ। ਓਕੇ, ਜਦੋਂ ਵੀ ਤੁਸੀਂ ਕੈਲਰੀਜ਼ ਨੂੰ ਜਾਊਲਸ ਬਦਲਣਾ ਹੈ ਨਾ 4.2 ਇੰਟੂ 10 ਰੇਜ਼ ਟੂ ਪਾਵਰ 3 मतलब 4200 भी लिख लेंगे। समझ गए? 1 कैलोरी 4186 जाउल्स के इक्वल होंगे बेटा, 4186 जाउल्स जिन्होंने 4200 जाउल्स भी लिख लेंगे। ठीक है, तो जाउल्स तो कैलोरीज से रिलेशन होंगे बेटा, 1 कैलोरी इज इक्वल टू 4200 जाउल्स के इक्वल होंगे। ओके, कोई कन्फ्यूजन उरे तक समझ आ गया? जी हीट है ਉਹਦੇ SI ਯੂਨਿਟ ਮੈਂ ਤੁਹਾਨੂੰ ਹੀਟ ਦੇ ਯੂਨਿਟਸ ਡਿਸਕਸ ਕੀਤੇ ਬੇਟਾ। ਹੀਟ ਐਨਰਜੀ ਦੀ ਆਪਾਂ ਹੀਟ ਐਨਰਜੀ ਦੀ ਡੈਫੀਨੇਸ਼ਨ ਡਿਸਕਸ ਕਰ ਲਈ ਹੈ ਨਾ। ਸਮ ਆਫ ਕਾਈਨੈਟਿਕ ਐਨਰਜੀ ਐਂਡ ਪੋਟੈਂਸ਼ੀਅਲ ਐਨਰਜੀ ਆਫ ਆਲ ਦਾ ਪਾਰਟੀਕਲਸ ਆਫ ਸਿਸਟਮ ਇਜ਼ ਨੋਨ ਐਜ਼ ਹੀਟ ਐਨਰਜੀ। ਜਿੰਨਾ ਟੈਂਪਰੇਚਰ ਹਾਈ ਹੋਏਗਾ ਉਨੀ ਬੋਡੀ 'ਚ ਹੀਟ ਐਨਰਜੀ ਜ਼ਿਆਦਾ ਹੋਏਗੀ, ਜਿੰਨਾ ਟੈਂਪਰੇਚਰ ਲੋ ਹੋਏਗਾ ਉਨੀ ਹੀਟ ਐਨਰਜੀ ਘੱਟ ਹੋਏਗੀ। ਅਗਰ ਤੁਸੀਂ ਦੋ ਡਿਫਰੈਂਟ ਟੈਂਪਰੇਚਰ ਵਾਲੀਆਂ ਬੋਡੀਜ਼ ਨੂੰ ਇੱਕ ਦੂਜੇ ਦੇ ਕੰਟੈਕਟ 'ਚ ਲਿਆਓਗੇ ਤਾਂ ਹੀਟ ਇਹੋ ਜਿਹੀ ਐਨਰਜੀ ਹੈ ਜਿਹੜੀ ਆਪਣੇ ਆਪ ਫਲੋ ਹੁੰਦੀ ਹੈ ਫਰੋਮ ਹਾਈ ਟੈਂਪਰੇਚਰ ਬੋਡੀ ਟੂ ਲੋ ਟੈਂਪਰੇਚਰ ਬੋਡੀ। ਸਾਨੂੰ ਕੁਛ ਕਰਨ ਦੀ ਲੋੜ ਨਹੀਂ, ਜਦ ਤੱਕ ਟੈਂਪਰੇਚਰ ਸੇਮ ਨਹੀਂ ਹੁੰਦਾ ਉਦੋਂ ਤੱਕ ਇਹ ਹੀਟ ਐਨਰਜੀ ਫਲੋ ਹੁੰਦੀ ਰਹੇਗੀ। ਜਦੋਂ ਟੈਂਪਰੇਚਰ ਸੇਮ ਹੋ ਜਾਏਗਾ ਹੀਟ ਐਨਰਜੀ ਦਾ ਫਲੋ ਬੰਦ ਹੋ ਜਾਏਗਾ ਹੈ ਨਾ। ਸੇਮ ਟੈਂਪਰੇਚਰ ਨੂੰ ਅਸੀਂ ਕੀ ਬੋਲਦੇ ਹਾਂ? ਇਕੁਇਲਿਬਰੀਅਮ ਟੈਂਪਰੇਚਰ। ਹੀਟ ਐਨਰਜੀ ਦੇ ਮੈਂ ਤੁਹਾਡੇ ਨਾਲ ਯੂਨਿਟਸ ਡਿਸਕਸ ਕਰ ਲਏ ਬੇਟਾ, ਕਿਉਂਕਿ ਹੀਟ ਐਨਰਜੀ ਹੈ ਤਾਂ ਇਹਦੇ ਸਾਰੇ ਯੂਨਿਟਸ ਐਨਰਜੀ ਵਾਲੇ ਹੋਣਗੇ ਹੈ ਨਾ। ਤਾਂ SI ਸਿਸਟਮ 'ਚ ਐਨਰਜੀ ਦੇ ਯੂਨਿਟਸ ਜਾਊਲਸ ਹੁੰਦੇ ਨੇ ਤਾਂ ਹੀਟ ਐਨਰਜੀ ਦੇ ਯੂਨਿਟਸ ਵੀ ਜਾਊਲਸ ਹੋਣਗੇ। CGS ਸਿਸਟਮ 'ਚ ਅਰਗਸ ਹੋਣਗੇ, 1 ਜਾਊਲ 10⁻7 ਅਰਗਸ ਦੇ ਇਕੁਅਲ ਹੁੰਦਾ। ਕੈਲਰੀਜ਼ ਦੀ ਡੈਫੀਨੇਸ਼ਨ ਦੱਸਦੀ, ਕਿਉਂਕਿ ਹੀਟ ਕਈ ਵਾਰ ਜਾਂ ਬਹੁਤ ਸਾਰੇ ਨੂਮੈਰੀਕਲਸ ਜਿਹੜੀ ਹੀਟ ਹੈ ਇਟ ਇਜ਼ ਮੇਡ ਇਨ ਦ ਫਾਰਮ ਆਫ ਕੈਲਰੀਜ਼ ਹੈ ਨਾ। ਤਾਂ ਕੈਲਰੀਜ਼ ਦੀ ਡੈਫੀਨੇਸ਼ਨ ਦੱਸਦੀ, ਕੈਲਰੀਜ਼ ਦੀ ਕਨਵਰਸ਼ਨ ਦੱਸਦੀ ਤੁਹਾਨੂੰ ਜਾਊਲਸ ਨਾਲ। ਠੀਕ ਹੈ, ਨਾਓ ਵੀ ਫਰਦਰ ਡਿਸਕਸ ਅਬਾਊਟ ਟੈਂਪਰੇਚਰ। ਟੈਂਪਰੇਚਰ ਸਾਨੂੰ ਕੀ ਦੱਸਦਾ ਹੈ? ਇਟ ਟੈਲਸ ਅਸ ਡਿਗਰੀ of hotness or degree of coldness of body। ਵੀ ਬੋਡੀ ਦੀ ਡਿਗਰੀ ਦੱਸਦਾ ਹੈ ਹੌਟਨੈਸ ਜਾਂ ਕੋਲਡਨੈਸ ਦੀ, ਕਿਹੜੀ ਬੋਡੀ ਗਰਮ ਹੈ ਕਿਹੜੀ ਬੋਡੀ ਠੰਡੀ ਹੈ ਨਾ। ਉਹ ਤੁਹਾਨੂੰ ਕਿੱਥੋਂ ਪਤਾ ਚੱਲੇਗਾ? ਟੈਂਪਰੇਚਰ ਤੋਂ। ਕਿਹੜੀ ਬੋਡੀ ਕਿੰਨੀ ਜ਼ਿਆਦਾ ਗਰਮ ਹੈ ਕਿਹੜੀ ਬੋਡੀ ਕਿੰਨੀ ਜ਼ਿਆਦਾ ਠੰਡੀ ਹੈ ਇਹ ਤੁਹਾਨੂੰ ਕਿੱਥੋਂ ਪਤਾ ਚੱਲੇਗਾ? ਟੈਂਪਰੇਚਰ ਤੋਂ। ਟੈਂਪਰੇਚਰ ਤੋਂ ਹੀ ਤਾਂ ਅਸੀਂ ਡਿਸਾਈਡ ਕਰਦੇ ਹਾਂ ਵੀ ਬੇਟਾ ਵੀ ਆਹ ਵਾਲੀ ਬੋਡੀ ਗਰਮ ਹੈ ਆਹ ਵਾਲੀ ਬੋਡੀ ਠੰਡੀ ਹੈ। ਜਿਵੇਂ ਫੋਰ ਐਗਜ਼ਾਮਪਲ ਆਪਣੇ ਕੋਲ 4 ਬੋਡੀਜ਼ ਹੈ, ਇੱਕ ਦਾ ਟੈਂਪਰੇਚਰ -15 ਡਿਗਰੀ ਸੈਲਸੀਅਸ, ਇੱਕ ਦਾ ਟੈਂਪਰੇਚਰ 4 ਡਿਗਰੀ ਸੈਲਸੀਅਸ, ਇੱਕ ਦਾ ਟੈਂਪਰੇਚਰ 20 ਡਿਗਰੀ ਸੈਲਸੀਅਸ, ਇੱਕ ਦਾ ਟੈਂਪਰੇਚਰ 100 ਡਿਗਰੀ ਸੈਲਸੀਅਸ। ਤਾਂ ਹੁਣ ਇਹ ਟੈਂਪਰੇਚਰ ਤੋਂ ਪਤਾ ਚੱਲ ਰਿਹਾ ਵੀ ਜਿਸ ਦਾ ਟੈਂਪਰੇਚਰ ਆ ਹਾਈ ਹੈ 100 ਡਿਗਰੀ ਸੈਲਸੀਅਸ ਹੈ ਨਾ, ਹਾਈ ਹੈ ਇਹ ਬੋਡੀ ਸਭ ਤੋਂ ਜ਼ਿਆਦਾ ਗਰਮ ਹੋਏਗੀ ਹੌਟ। ਇਸ ਨਾਲੋਂ ਠੰਡੀ C ਬੋਡੀ ਹੋਏਗੀ, ਇਸ ਨਾਲੋਂ ਠੰਡੀ B ਬੋਡੀ ਹੋਏਗੀ। ਸਭ ਤੋਂ ਜ਼ਿਆਦਾ ਠੰਡੀ ਕਿਹੜੀ ਬੋਡੀ ਹੋਏਗੀ? A ਬੋਡੀ ਹੈ ਨਾ ਬੇਟਾ। ਜਿੰਨਾ ਟੈਂਪਰੇਚਰ ਹਾਈ ਹੋਏਗਾ, ਜਿੰਨਾ ਟੈਂਪਰੇਚਰ ਇਨਕਰੀਜ਼ ਹੋਏਗਾ ਉਨੀ ਉਹ ਬੋਡੀ ਹੌਟ ਹੋਏਗੀ, ਐਂਡ ਜਿੰਨਾ ਟੈਂਪਰੇਚਰ ਡਿਕਰੀਜ਼ ਹੋਏਗਾ ਉਨੀ ਉਹ ਬੋਡੀ ਕੋਲਡ ਹੋਏਗੀ। ਸੋ ਟੈਂਪਰੇਚਰ ਹੈ ਇਹ ਜਿਹੜਾ ਸਾਨੂੰ ਦੱਸਦਾ ਡਿਗਰੀ ਆਫ ਹੌਟਨੈਸ ਜਾਂ ਡਿਗਰੀ ਆਫ ਕੋਲਡਨੈਸ ਆਫ ਬੋਡੀ, ਵੀ ਕਿਹੜੀ ਬੋਡੀ ਕਿੰਨੀ ਜ਼ਿਆਦਾ ਗਰਮ ਹੈ ਕਿਹੜੀ ਬੋਡੀ ਕਿੰਨੀ ਜ਼ਿਆਦਾ ਠੰਡੀ ਹੈ। ਉਹ ਤੁਸੀਂ ਉਹਦੇ ਟੈਂਪਰੇਚਰ ਨੂੰ ਦੇਖ ਕੇ ਦੱਸ ਸਕਦੇ ਹੋ। ਜਿਸ ਦਾ ਟੈਂਪਰੇਚਰ ਹਾਈ ਉਹ ਬੋਡੀ ਬਹੁਤ ਗਰਮ ਹੈ, ਇਸ ਦਾ ਟੈਂਪਰੇਚਰ ਠੀਕ ਜਿਹਾ ਤਾਂ ਬੋਡੀ ਠੀਕ ਜੀ ਹੋਏਗੀ ਮੀਡੀਅਮ,
ये लो टैंपरेचर वाली है, ठंडी होएगी, ये वाली बहुत ज़्यादा ठंडी होएगी, है ना बेटा। टैंपरेचर तो पता लगाया जा सकता है। ਟੈਂਪਰੇਚਰ ਇਜ਼ ਮੇਜਰਡ ਵਿਦ ਦਾ ਹੈਲਪ ਆਫ ਥਰਮੋਮੀਟਰਸ। ਜਿਹੜਾ ਟੈਂਪਰੇਚਰ ਹੈ ਉਹ ਅਸੀਂ ਕਿਸ ਦੀ ਹੈਲਪ ਦੇ ਨਾਲ ਮੇਜਰ ਕਰਦੇ ਹਾਂ ਬੇਟਾ? ਥਰਮੋਮੀਟਰਸ ਦੀ ਹੈਲਪ ਦੇ ਨਾਲ ਮੇਜਰ ਕਰਦੇ ਹਾਂ। ਥਰਮੋਮੀਟਰਸ ਕਈ ਤਰ੍ਹਾਂ ਦੇ ਆਉਂਦੇ ਨੇ। ਇੱਕ ਤਾਂ ਜਿਵੇਂ ਡਾਕਟਰਸ ਕੋਲ ਹੁੰਦਾ ਮਰਕਰੀ ਵਾਲਾ ਥਰਮੋਮੀਟਰ, ਜਿਸ 'ਚ ਮਰਕਰੀ ਹੁੰਦਾ। ਇੱਕ ਡਿਜੀਟਲ ਥਰਮੋਮੀਟਰ ਆਉਣ ਲੱਗ ਗਿਆ ਅੱਜ ਕੱਲ੍ਹ, ਤਾਂ ਕੋਈ ਮਰਕਰੀ ਮੁਰਕ ਨਹੀਂ ਹੁੰਦਾ, ਸਿਰਫ ਡਿਜਿਟਸ ਚੱਲਦੇ ਹੁੰਦੇ ਨੇ। ਆਪਾਂ ਨੂੰ ਬਸ ਉਹ ਥਰਮੋਮੀਟਰ ਆਪਣੀ ਬੋਡੀ 'ਤੇ ਲਗਾਉਂਦੇ ਨੇ, ਆਪਾਂ ਨੂੰ ਪਤਾ ਚੱਲ ਜਾਂਦਾ ਟੈਂਪਰੇਚਰ ਕਿੰਨਾ ਹੈ। ਇੱਕ ਅੱਜ ਕੱਲ੍ਹ ਨਵੇਂ ਜਿਹੜੇ ਦੂਰੋਂ ਹੀ ਡਿਟੈਕਟ ਕਰ ਲੈਂਦੇ ਨੇ ਸੈਂਸਰਸ ਵਾਲੇ, ਵੀ ਬੋਡੀ ਦਾ ਟੈਂਪਰੇਚਰ ਕਿੰਨਾ ਹੈ। ਸਾਨੂੰ ਕਰੋਨਾ ਦੇ ਉਸ 'ਚ ਆਪਾਂ ਨੇ ਦੇਖੀ ਨਹੀਂ, ਨਵੇਂ ਥਰਮੋਮੀਟਰਸ ਆਏ ਨੇ, ਹੈ ਨਾ ਬੇਟਾ। ਤਾਂ ਥਰਮੋਮੀਟਰਸ ਕਈ ਤਰ੍ਹਾਂ ਦੇ ਹੁੰਦੇ ਨੇ। ਥਰਮੋਮੀਟਰਸ ਮਰਕਰੀ ਵਾਲੇ ਵੀ ਹੁੰਦੇ ਨੇ, ਥਰਮੋਮੀਟਰਸ ਰੈਜ਼ਿਸਟੈਂਸ ਵਾਲੇ ਵੀ ਹੁੰਦੇ ਨੇ, ਹੈ ਨਾ। ਜਿਹੜੇ ਡਿਜੀਟਲ ਥਰਮੋਮੀਟਰਸ ਹੁੰਦੇ ਨੇ ਉਹ ਰੈਜ਼ਿਸਟੈਂਸ 'ਤੇ ਵਰਕ ਕਰਦੇ ਨੇ। ਸੈਂਸਰਸ ਵਾਲੇ ਥਰਮੋਮੀਟਰਸ ਆ ਗਏ ਜਿਹੜੇ ਬੋਡੀ ਦਾ ਟੈਂਪਰੇਚਰ ਦੂਰੋਂ ਹੀ ਸੈਂਸ ਕਰ ਲੈਂਦੇ ਨੇ, ਠੀਕ ਹੈ। ਸੋ ਟੈਂਪਰੇਚਰ ਇਜ਼ ਮੇਜਰਡ ਵਿਦ ਦਾ ਹੈਲਪ ਆਫ ਥਰਮੋਮੀਟਰਸ। ਟੈਂਪਰੇਚਰ ਇਜ਼ ਮੇਜਰਡ ਇਨ 4 ਸਕੇਲਸ। ਜਿਹੜਾ ਟੈਂਪਰੇਚਰ ਆ ਉਹ 4 ਡਿਫਰੈਂਟ ਸਕੇਲਸ 'ਚ ਮੇਜਰ ਕੀਤਾ ਜਾਂਦਾ। ਟੈਂਪਰੇਚਰ ਇਜ਼ measured in 4 different scales। 4 scales ਕਿਹੜੀਆਂ ਨੇ ਬੇਟਾ? ਇੱਕ ਤਾਂ ਟੈਂਪਰੇਚਰ ਸੈਲਸੀਅਸ ਸਕੇਲ 'ਚ ਮੇਜਰ ਕੀਤਾ ਜਾਂਦਾ, ਦੂਸਰਾ ਫਾਰਨਹੀਟ ਸਕੇਲ 'ਚ ਮੇਜਰ ਕੀਤਾ ਜਾਂਦਾ, ਤੀਸਰਾ ਰਿਊਮਰ ਸਕੇਲ 'ਚ ਮੇਜਰ ਕੀਤਾ ਜਾਂਦਾ, ਚੌਥਾ ਕੈਲਵਿਨ ਸਕੇਲ 'ਚ ਮੇਜਰ ਕੀਤਾ ਜਾਂਦਾ। ਇਹ 4 ਸਕੇਲਸ ਹੈ ਬੇਟਾ ਡਿਫਰੈਂਟ ਜਿਨ੍ਹਾਂ 'ਚ ਅਸੀਂ ਟੈਂਪਰੇਚਰ ਮੇਜਰ ਕਰਦੇ ਹਾਂ। ਜਾਂ ਤਾਂ ਅਸੀਂ ਟੈਂਪਰੇਚਰ ਮੇਜਰ ਕਰਦੇ ਹਾਂ ਡਿਗਰੀ ਸੈਲਸੀਅਸ 'ਚ, ਉਹ ਸੈਲਸੀਅਸ ਸਕੇਲ ਹੋ ਗਈ, ਜਾਂ ਅਸੀਂ ਟੈਂਪਰੇਚਰ ਮੇਜਰ ਕਰਦੇ ਹਾਂ ਡਿਗਰੀ ਫਾਰਨਹੀਟ 'ਚ, ਫਾਰਨਹੀਟ ਸਕੇਲ ਹੋ ਗਈ, ਜਾਂ ਅਸੀਂ ਮੇਜਰ ਕਰਦੇ ਹਾਂ ਡਿਗਰੀ ਰਿਊਮਰ 'ਚ, ਜਾਂ ਅਸੀਂ ਮੇਜਰ ਕਰਦੇ ਹਾਂ ਕੈਲਵਿਨ 'ਚ। ਇਹਨਾਂ ਤਿੰਨਾਂ ਨਾਲ ਡਿਗਰੀ ਲੱਗਦਾ, ਡਿਗਰੀ ਸੈਲਸੀਅਸ, ਡਿਗਰੀ ਫਾਰਨਹੀਟ, ਡਿਗਰੀ ਰਿਊਮਰ। ਡਿਗਰੀ ਕੈਲਵਿਨ ਨਹੀਂ ਹੁੰਦਾ, ਕੈਲਵਿਨ ਤਾਂ ਇਕੱਲਾ ਕੇ ਨਾਲ, ਹੈ ਨਾ। ਇਹ 4 ਸਕੇਲਸ ਹੈ ਬੇਟਾ ਜਿਨ੍ਹਾਂ 'ਚ ਟੈਂਪਰੇਚਰ ਮੇਜਰ ਕੀਤਾ ਜਾਂਦਾ, ਠੀਕ ਹੈ। ਅਕੋਰਡਿੰਗ ਟੂ ਸੈਲਸੀਅਸ ਸਕੇਲ, ਲਿਸਨ melting point of ice, boiling point of water, number of parts on a scale। ਸਭ ਤੋਂ ਪਹਿਲਾਂ ਸੈਲਸੀਅਸ ਸਕੇਲ ਦੇ ਅਕੋਰਡਿੰਗ, ਸੈਲਸੀਅਸ ਸਕੇਲ ਦੇ ਅਕੋਰਡਿੰਗ, ਹੈ ਨਾ, ਜਿਸ ਟੈਂਪਰੇਚਰ 'ਤੇ ਆ ਕੇ ਆਈਸ ਮੈਲਟ ਹੋ ਜਾਂਦੀ ਹੈ, ਜਿਸ ਟੈਂਪਰੇਚਰ 'ਤੇ ਆ ਕੇ ਆਈਸ ਮੈਲਟ ਹੋ ਜਾਂਦੀ ਹੈ ਉਸ ਟੈਂਪਰੇਚਰ ਨੂੰ ਉਹਨੇ ਲਿੱਤਾ 0 ਡਿਗਰੀ ਸੈਲਸੀਅਸ। ਜਿਸ ਟੈਂਪਰੇਚਰ 'ਤੇ ਆ ਕੇ ਵਾਟਰ ਬੋਇਲ ਹੋ ਜਾਂਦਾ ਹੈ ਸੈਲਸੀਅਸ ਨੇ, ਉਸ ਟੈਂਪਰੇਚਰ ਨੂੰ ਲਿੱਤਾ 100 ਡਿਗਰੀ ਸੈਲਸੀਅਸ। ਐਂਡ ਜਿਹੜੀ ਪੂਰੀ ਸਕੇਲ ਸੀ ਇਟ ਇਜ਼ ਡਿਵਾਈਡਡ ਇਨਟੂ 100 ਇਕੁਅਲ ਪਾਰਟਸ। 100 ਪਾਰਟਸ 'ਚ ਡਿਵਾਈਡ ਕਰਤੇ ਸੀ, ਹੈ ਨਾ। ਜਿਵੇਂ ਆ ਥਰਮੋਮੀਟਰ ਹੈ, ਮੰਨ ਲਓ ਦਿਸ ਵਨ ਇਜ਼ ਥਰਮੋਮੀਟਰ। ਐਵੇਂ ਸਕੇਲ ਲੱਗੀ ਹੁੰਦੀ ਨਾ ਬੇਟਾ, ਐਵੇਂ ਸਕੇਲ ਲੱਗੀ ਹੁੰਦੀ, ਐਵੇਂ ਲੱਗੀ ਹੁੰਦੀ ਨਾ ਸਕੇਲ, ਐਵੇਂ, ਹੈ ਨਾ। ਸੈਲਸੀਅਸ ਸਕੇਲ ਸੈਲਸੀਅਸ ਨੇ ਬਣਾਈ ਸੀਗੀ। ਸੈਲਸੀਅਸ ਇਜ਼ ਦਾ ਨੇਮ ਆਫ ਦਾ ਸਾਇੰਟਿਸਟ ਹੂ ਇਨਵੈਂਟ ਦਿਸ ਸਕੇਲ, ਹੈ ਨਾ। ਇਸ ਸਕੇਲ ਦੇ ਅਕੋਰਡਿੰਗ ਜਿਸ ਟੈਂਪਰੇਚਰ 'ਤੇ ਆ ਕੇ ਆਈਸ ਮੈਲਟ ਹੋ ਜਾਂਦੀ ਹੈ ਉਸ ਟੈਂਪਰੇਚਰ ਨੂੰ ਲਿੱਤਾ ਜਾਂਦਾ 0 ਡਿਗਰੀ ਸੈਲਸੀਅਸ। ਜਿਸ ਟੈਂਪਰੇਚਰ 'ਤੇ ਆ ਕੇ ਵਾਟਰ ਬੋਇਲ ਹੋ ਜਾਂਦਾ ਉਸ ਟੈਂਪਰੇਚਰ ਨੂੰ ਲਿੱਤਾ ਜਾਂਦਾ 100 ਡਿਗਰੀ ਸੈਲਸੀਅਸ। ਐਂਡ ਜਿਹੜੇ ਪਾਰਟਸ ਹੈ ਆ ਵਾਲੇ, ਇਹ ਪਾਰਟਸ, ਇਹ ਕਿੰਨੇ ਪਾਰਟਸ ਬਣਾਤੇ? 100 ਪਾਰਟ। ਹਰ ਪਾਰਟ, ਈਚ ਪਾਰਟ ਇਜ਼ ਇਕੁਅਲ ਟੂ 1 ਡਿਗਰੀ ਸੈਲਸੀਅਸ। ਲਾਈਕ 0 degree Celsius, this is 1 degree Celsius, this is 2 degree Celsius, 3, 4, 5, 6 degree Celsius, 7 degree Celsius, 8 degree Celsius, 9 degree Celsius, 10 degree Celsius। ਐਵੇਂ ਕਿੰਨੇ ਪਾਰਟਸ ਬਣਾਤੇ? 100 ਪਾਰਟਸ। ਹਰ ਪਾਰਟ ਕਿਸ ਦੇ ਇਕੁਅਲ? 1 ਡਿਗਰੀ ਸੈਲਸੀਅਸ। ਐਵੇਂ
फिर फारनहीट इज द नेम ऑफ द साइंटिस्ट जिसने फारनहीट स्केल इन्वेंट की थी। फारनहीट इज आल्सो द नेम ऑफ द साइंटिस्ट हु इन्वेंट अ स्केल। इस स्केल के अकॉर्डिंग जिस टैंपरेचर ते आके आइस मैल्ट हो जाती है, जिस टैंपरेचर ते आके आइस मैल्ट हो जाती है उस टैंपरेचर में इन्हें लिखा 32 डिग्री फारनहीट। एंड जिथे आके वाटर बॉयल हो जाता है दैट टैंपरेचर ਨੂੰ ਉਸਨੇ ਲਿੱਤਾ 212 डिग्री फारनहीट। एंड जी ब्रिच स्केल सी इनू किन्ने पार्ट्स डिवाइड करता 180 इक्वल पार्ट्स। ईच पार्ट इज इक्वल टू 1 डिग्री फारनहीट। जिमें 0 डिग्री फारनहीट या 32 डिग्री फारनहीट, 33 डिग्री फारनहीट, 34, 35 डिग्री, 36, 37 एवें है ना। हर पार्ट एक डिग्री फारनहीट का सीगा। मैल्टिंग पॉइंट ऑफ आइस कितना ले लिया ਸੀ ਉਹਨੇ 32 डिग्री फारनहीट। बॉइलिंग पॉइंट ऑफ वाटर कितना ले लिया ਸੀ बेटा 212 डिग्री फारनहीट। तो टोटल किन्ने पार्ट्स बना ले सी 180। ਐਵੇਂ एक साइंटिस्ट ਸੀਗਾ ਰਿਊਮਰ जिसने एक न्यू स्केल इन्वेंट की सी फॉर द मेजरमेंट ऑफ टैंपरेचर। फॉर द मेजरमेंट ऑफ टैंपरेचर दैट स्केल इज र्यूमर स्केल। इस साइंटिस्ट के अकॉर्डिंग उन्हें जिस टैंपरेचर पर आके आइस मैल्ट हो जाती है उन्होंने लिख लिया सीगा 0 डिग्री आर। जिस ते आके वाटर बॉयल हो जाता है उसनों 80 डिग्री आर। एंड 0 डिग्री आर 80 डिग्री आर तो विचाले ਜਿਹੜੇ पार्ट्स ਸੀਗੇ किन्ने पार्ट्स बनाए 80 पार्ट्स। ईच पार्ट इज इक्वल टू 1 डिग्री आर लाइक 0 डिग्री आर 1 डिग्री आर 2 डिग्री आर 3 डिग्री आर 4 डिग्री आर एवें। क्लीयर। ईच पार्ट इज इक्वल टू 1 डिग्री आर। क्लीयर बेटा। एवें ये 3 स्केल्स सीगियां। सैल्सीਅस ने अपनी स्केल बनाई सी, फारनहीट ने अपनी स्केल बनाई, र्यूमर ने अपनी स्केल बनाई। हम आप पहला इन्ह चौथी स्केल बाद चो डिस्कस करते हैं बेटा कैलविन स्केल वाली। जी कैलविन स्केल है वेट करो बाद चो डिस्कस करते हैं। इन्ह 3 स्केल्स आपस च रिलेशन बनाने पहला रिलेशन बिटवीन सैल्सीਅस फारनहीट र्यूमर। जो रिलेशन बनाना तो बना लियो बेटा। पहला टैंपरेचर लिखना, फिर आपने मेल्टिंग पॉइंट लिखना, फिर आपने नीचे लिखने नंबर ऑफ पार्ट्स। ओके। पहला की लिखना टैंपरेचर, फिर मेल्टिंग पॉइंट, नीचे नंबर ऑफ पार्ट्स। ठीक है। ओके। सैल्सीਅस स्केल दे विच टैंपरेचर इन डिग्री सैल्सीਅस माइनस मेल्टिंग पॉइंट कितना बेटा 0 अपॉन नंबर ऑफ पार्ट्स किन्ने ने 100। फिर फारनहीट का टैंपरेचर इन फारनहीट माइनस मेल्टिंग पॉइंट कितना 32 नंबर ऑफ पार्ट्स किन्ने ने 180। फिर टैंपरेचर इन र्यूमर माइनस मेल्टिंग पॉइंट बेटा र्यूमर 0 अपॉन नंबर ऑफ पार्ट्स 80। ये वाला रिलेशन बन गया बेटा। आ रिलेशन बिटवीन सैल्सीਅस फारनहीट एंड र्यूमर किमें लिखा रिलेशन टैंपरेचर लिखा, फिर माइनस मेल्टिंग पॉइंट्स लिखे रिस्पैक्टिड स्केल्स दे। जिमें सैल्सीਅस च लिख रहे हो तो सैल्सीਅस का मेल्टिंग पॉइंट, फारनहीट च लिख रहे हो फारनहीट का मेल्टिंग पॉइंट, र्यूमर च लिख रहे हो र्यूमर का मेल्टिंग पॉइंट। नीचे उन्होंने पार्ट्स सैल्सीਅस के पार्ट्स 100, फारनहीट के पार्ट्स 180, र्यूमर के पार्ट्स 80। उन्होंने पार्ट्स आ रिलेशन बन गया। इस रिलेशन तो आप ना किसी भी एक स्केल में दूसरी स्केल कन्वर्ट कर सकते हैं। सैल्सीਅस स्केल फारनहीट कन्वर्ट कर सकते हैं, फारनहीट सैल्सीਅस बदल सकते हैं, सैल्सीਅस र्यूमर बदल सकते हैं, र्यूमर सैल्सीਅस बदल सकते हैं, र्यूमर फारनहीट बदल सकते हैं, फारनहीट र्यूमर बदल सकते हैं। एवं एक दूजे को कन्वर्ट कर सकते हैं। जिहड़ी स्केल कन्वर्ट करना है बस वो स्केल यूज़ कर लो बेटा। वो स्केल यूज़ करके तुम टैंपरेचर ईजिली कन्वर्ट कर सकते हो। जिवें मान लो थोड़ा टैंपरेचर सैल्सीਅस दिता तुम फारनहीट कन्वर्ट करना है, सैल्सीਅस उहदे टैंपरेचर पुट करो, फारनहीट का कैलकुलेट कर लो इतों आ रिलेशन यूज़ करके। ठीक है। तो इस रिलेशन नाल असीं टैंपरेचर्स को कन्वर्ट कर सकते हैं। फिर एक साइंटिस्ट सीगा लॉर्ड कैलविन जिसने कैलविन स्केल इन्वेंट की। दिस इज द एब्सोल्यूट स्केल ऑफ टैंपरेचर। इसनों एब्सोल्यूट स्केल ऑफ टैंपरेचर बोलिया जाता है। क्यों बोलिया जाता है? क्योंकि बेटा थोनों जिहड़ियां तिन्ने स्केल्स है इन्हां दे विच जिहड़ा टैंपरेचर है ये नैगेटिव च भी मिलेगा पॉजिटिव च भी मिलेगा, नैगेटिव च भी पॉजिटिव च भी, नैगेटिव च भी पॉजिटिव च भी। बट जिहड़ी ये स्केल है इस दे विच हमेशा टैंपरेचर थोनों पॉजिटिव च मिलेगा, इस च नैगेटिव च एग्जिस्ट ही नहीं करता।
मतलब जिमें थोड़ा फॉर एग्जांपल इस च टैंपरेचर -5 डिग्री सैल्सियस भी मिलेगा +5 भी मिलेगा, माइनस है ना, माइनस च भी मिलेगा टैंपरेचर, पॉजिटिव च भी मिलेगा, माइनस च भी मिलेगा पॉजिटिव च भी मिलेगा। ਜਿਹੜਾ ਕੈਲਵਿਨ ਸਕੇਲ ਦਾ ਟੈਂਪਰੇਚਰ ਹੈ ਇਟ ਇਜ਼ ਆਲਵੇਜ਼ ਪੋਜ਼ਿਟਿਵ। ਕਿਉਂ? ਲੌਰਡ ਕੈਲਵਿਨ ਨੇ ਇਹ ਸਕੇਲ ਕਿਵੇਂ ਇਨਵੈਂਟ ਕੀਤੀ? ਉਹਨੇ ਦੇਖਿਆ ਵੀ PV ਇਜ਼ ਇਕੁਅਲ ਟੂ NRT ਇਕੁਏਸ਼ਨ ਹੁੰਦੀ ਹੈ ਨਾ, ਤਾਂ ਉਸਨੇ ਸੋਚਿਆ ਵੀ ਪ੍ਰੈਸ਼ਰ ਤੇ ਟੈਂਪਰੇਚਰ ਦਾ ਰਿਲੇਸ਼ਨ ਡਾਇਰੈਕਟ ਹੈ ਨਾ, ਤਾਂ ਉਹਨੇ ਪ੍ਰੈਸ਼ਰ ਡਿਕਰੀਜ਼ ਕਰਕੇ ਟੈਂਪਰੇਚਰ ਡਿਕਰੀਜ਼ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਸਪੋਜ਼ ਕਰੋ ਟੈਂਪਰੇਚਰ ਸੀਗਾ 50 ਡਿਗਰੀ ਸੈਲਸੀਅਸ, ਹੌਲੀ ਹੌਲੀ ਉਹਨੇ ਪ੍ਰੈਸ਼ਰ ਡਿਕਰੀਜ਼ ਕੀਤਾ, ਪ੍ਰੈਸ਼ਰ ਡਿਕਰੀਜ਼ ਹੋਣ ਦੇ ਨਾਲ ਟੈਂਪਰੇਚਰ ਡਿਕਰੀਜ਼ ਹੋਣਾ ਸ਼ੁਰੂ ਹੋ ਗਿਆ। ਟੈਂਪਰੇਚਰ 0 डिग्री सेल्सियस तो -15 डिग्री सेल्सियस, -20 डिग्री सेल्सियस, -100 डिग्री सेल्सियस, हौली हौली वो प्रैशर डिक्रीज़ करी गया। प्रैशर डिक्रीज़ करने नाल टैंपरेचर डिक्रीज़ हो गया, -150 डिग्री सैल्सियस, -200 डिग्री सैल्सियस, -250 डिग्री सैल्सियस। सब तो लोएस्ट टैंपरेचर जिहड़ा अटेन होया दैट इज़ -273.15 डिग्री सैल्सियस। दिस इज़ द लोएस्ट टैंपरेचर ਜਿਹੜਾ ਉਹ ਅਟੇਨ ਕਰ ਪਾਇਆ। ਇਸ ਤੋਂ ਲੋਐਸਟ ਟੈਂਪਰੇਚਰ ਅਟੇਨ ਹੀ ਨਹੀਂ ਹੋ ਪਾਇਆ। ਲੈਬ ਦੇ ਵਿੱਚ ਵੀ ਇਸ ਤੋਂ ਮਿਨੀਮਮ ਟੈਂਪਰੇਚਰ ਅਟੇਨ ਉਹ ਕਰ ਹੀ ਨਹੀਂ ਪਾਇਆ ਬੇਟਾ। ਇਹ ਉਸ ਦੇ ਵੱਲੋਂ ਮੇਜ਼ਰ ਕੀਤਾ ਗਿਆ ਸਭ ਤੋਂ ਲੋਐਸਟ ਟੈਂਪਰੇਚਰ ਸੀਗਾ। ਇਸ ਲੋਐਸਟ ਟੈਂਪਰੇਚਰ ਨੂੰ ਉਸਨੇ ਕੀ ਕਿਹਾ? 0 ਕੈਲਵਿਨ। ਜਿਹੜਾ ਲੋਐਸਟ ਟੈਂਪਰੇਚਰ ਹੈ ਦੈਟ ਟੈਂਪਰੇਚਰ ਇਟ ਇਜ਼ ਟੇਕਨ ਐਜ਼ 0 ਕੈਲਵਿਨ। ਕਿਉਂ? ਇਸ ਟੈਂਪਰੇਚਰ ਤੋਂ ਅੱਗੇ ਹੋਰ ਲੋ ਟੈਂਪਰੇਚਰ ਗਿਆ ਹੀ ਨਹੀਂ ਹੈਗਾ। ਇਸ ਟੈਂਪਰੇਚਰ 'ਤੇ ਆ ਕੇ ਹੈ ਨਾ ਬੋਡੀ ਦੀ ਹੀਟ ਐਨਰਜੀ 0 ਹੋ ਗਈ ਸੀ, 0। ਬੋਡੀ ਦੀ ਜਿਹੜੇ ਪਾਰਟੀਕਲ ਸੀਗੇ ਉਹ ਮੋਸ਼ਨਲੈਸ ਹੋ ਗਏ ਸੀਗੇ। ਪਾਰਟੀਕਲਸ ਬਿਕਮਸ ਮੋਸ਼ਨਲੈਸ। ਉਹਨਾਂ ਦੀ ਕਾਈਨੈਟਿਕ ਐਨਰਜੀ 0 ਹੋ ਗਈ ਸੀ, ਉਹਨਾਂ ਦੀ ਪੋਟੈਂਸ਼ੀਅਲ ਐਨਰਜੀ 0 ਹੋ ਗਈ ਸੀ, ਉਹਨਾਂ ਦੀ ਹੀਟ ਐਨਰਜੀ 0 ਹੋ ਗਈ ਸੀ। ਹੀਟ ਐਨਰਜੀ ਕਲੀਅਰ ਬੇਟਾ? ਕਿਉਂਕਿ ਬੋਡੀ ਦੀ ਇਸ ਟੈਂਪਰੇਚਰ 'ਤੇ ਆ ਕੇ ਹੀਟ ਐਨਰਜੀ 0 ਹੋ ਗਈ, ਦੈਟ ਟੈਂਪਰੇਚਰ ਨੂੰ ਉਹਨੇ 0 ਕੈਲਵਿਨ ਲੈ ਲਿਆ ਵੀ ਇਸ ਟੈਂਪਰੇਚਰ 'ਤੇ ਆ ਕੇ ਬੋਡੀ ਦੀ ਹੀਟ ਐਨਰਜੀ 0 ਹੋ ਜਾਂਦੀ ਹੈ। ਤਾਂ ਇਸ -273 ਜਿਹਨੂੰ ਅਸੀਂ ਅਪਰੋਕਸੀਮੇਟਲੀ -273 ਲਿਖ ਲੈਂਦੇ ਹਾਂ, ਵੈਸੇ ਤਾਂ ਇਹ 273.15 ਡਿਗਰੀ ਸੈਲਸੀਅਸ ਹੈ, ਪਰ ਫॉर ਮੇਕਿੰਗ ਕੈਲਕੂਲੇਸ਼ਨਸ ਈਜ਼ੀ ਅਸੀਂ ਇਹਨੂੰ ਅਪਰੋਕਸੀਮੇਟਲੀ 273 ਲੈ ਲੈਂਦੇ ਹਾਂ। ਇਸ -273 ਨੂੰ -273 ਨੂੰ ਹੈ ਨਾ ਉਸਨੇ ਕੀ ਲੈਟ ਕਰ ਲਿਆ? 0 ਕੈਲਵਿਨ। ਹੁਣ -273 ਨੂੰ 0 ਲੈਟ ਕੈਲਵਿਨ ਕੀਤਾ ਤਾਂ -272 ਨੂੰ ਕਿੰਨਾ ਲੈਟ ਕਰੇਗਾ? 1 ਕੈਲਵਿਨ। -271 ਨੂੰ ਕਿੰਨਾ ਲੈਟ ਕਰੇਗਾ? 2 ਕੈਲਵਿਨ। -270 ਨੂੰ ਕਿੰਨਾ ਲੈਟ ਕਰੇਗਾ? 3 ਕੈਲਵਿਨ। ਐਵੇਂ ਉੱਪਰ ਉੱਪਰ ਜਾਂਦੇ ਜਾਂਦੇ ਬੇਟਾ 0 ਡਿਗਰੀ ਸੈਲਸੀਅਸ ਨੂੰ ਉਹਨੇ ਕਿੰਨਾ ਲੈਟ ਕੀਤਾ? 273 ਕੈਲਵਿਨ। ਐਵੇਂ ਉਹਨੇ ਸਕੇਲ ਬਣਾਈ। ਐਂਡ ਜਿਸ ਸਕੇਲ ਦੇ ਅਕੋਰਡਿੰਗ 0 ਡਿਗਰੀ ਸੈਲਸੀਅਸ ਇਜ਼ ਇਕੁਅਲ ਟੂ 273 ਕੈਲਵਿਨ। ਐਵੇਂ ਉੱਪਰ ਨੂੰ ਜਾਈ ਜਾਵਾਂਗੇ ਨਾ 273 ਕੈਲਵਿਨ ਆ ਜਾਏਗਾ। ਠੀਕ ਹੈ, ਤਾਂ ਫਿਰ ਇੱਥੋਂ ਰਿਲੇਸ਼ਨ ਬਣਿਆ ਵੀ ਅਗਰ ਸੈਲਸੀਅਸ 'ਚ ਟੈਂਪਰੇਚਰ ਹੈ ਤੁਸੀਂ ਉਹਨੂੰ 273 ਐਡ ਕਰਕੇ ਕਿਸ 'ਚ ਕਨਵਰਟ ਕਰ ਸਕਦੇ ਹੋ? ਕੈਲਵਿਨ 'ਚ। ਇਹ ਰਿਲੇਸ਼ਨ ਹੈ ਬੇਟਾ ਵੀ ਅਗਰ ਟੈਂਪਰੇਚਰ ਸੈਲਸੀਅਸ 'ਚ ਗਿਵਨ ਹੈ ਤੁਸੀਂ ਉਸ 'ਚ 273 ਐਡ ਕਰ ਦਿਓ, ਉਹ ਵਾਲਾ ਟੈਂਪਰੇਚਰ ਕਿਸ 'ਚ ਕਨਵਰਟ ਹੋ ਜਾਏਗਾ? ਕੈਲਵਿਨ 'ਚ ਕਨਵਰਟ ਹੋ ਜਾਏਗਾ। ਕਲੀਅਰ? ਐਵੇਂ ਇਹ ਫੋਰਥ ਸਕੇਲ ਬਣੀ ਸੀ। ਤੁਸੀਂ ਇਹ ਦੇਖੋ ਇਸ 'ਚ ਕੋਈ ਵੀ ਟੈਂਪਰੇਚਰ ਨੈਗੇਟਿਵ ਆ ਹੀ ਨਹੀਂ ਸਕਦਾ ਕਿਉਂਕਿ 0 ਤੋਂ ਲੋ ਟੈਂਪਰੇਚਰ ਗਿਆ ਹੀ ਨਹੀਂ ਹੈਗਾ। ਇਸ ਤੋਂ ਲੋ ਟੈਂਪਰੇਚਰ ਪੋਸੀਬਲ ਹੀ ਨਹੀਂ ਹੈਗਾ, ਇਸ ਕਰਕੇ 0 ਕੈਲਵਿਨ ਤੋਂ ਬਿਲੋ ਟੈਂਪਰੇਚਰ ਨੋਟ ਪੋਸੀਬਲ। ਤਾਂ ਨੈਗੇਟਿਵ ਟੈਂਪਰੇਚਰ ਇਸ 'ਚ ਅਲਾਓ ਹੀ ਨਹੀਂ ਹੈਗਾ, ਸਾਰੇ ਟੈਂਪਰੇਚਰ ਪੋਜ਼ਿਟਿਵ ਹੈ। ਇਸ ਕਰਕੇ ਇਸ ਨੂੰ ਐਬਸੋਲਿਊਟ ਸਕੇਲ ਆਫ ਟੈਂਪਰੇਚਰ, ਕਿਉਂਕਿ ਜਿਹੜੀ ਐਬਸੋਲਿਊਟ ਵੈਲਿਊ ਹੁੰਦੀ ਹੈ ਐਬਸੋਲਿਊਟ ਵੈਲਿਊ ਇਜ਼ ਆਲਵੇਜ਼ ਪੋਜ਼ਿਟਿਵ। ਮੈਥ 'ਚ ਪੜ੍ਹਿਆ ਨਾ ਤੁਸੀਂ, ਐਬਸੋਲਿਊਟ ਵੈਲਿਊ ਹਮੇਸ਼ਾ ਪੋਜ਼ਿਟਿਵ ਹੁੰਦੀ ਹੈ। ਉਵੇਂ ਬੇਟਾ ਆਹ ਵਾਲਾ ਟੈਂਪਰੇਚਰ ਵੀ ਸਾਰੇ ਕੀ ਨੇ? ਪੋਜ਼ਿਟਿਵ ਨੇ, ਇਸ ਕਰਕੇ ਇਹਨੂੰ ਐਬਸੋਲਿਊਟ ਸਕੇਲ ਕਿਹਾ ਜਾਂਦਾ। ਤਾਂ ਟੈਂਪਰੇਚਰ ਨੂੰ ਅਸੀਂ ਇਹ 4 ਸਕੇਲਸ 'ਚ ਹੈ ਨਾ ਮੇਜ਼ਰ ਕਰਦੇ ਹਾਂ। ਸੈਲਸੀਅਸ ਸਕੇਲ, ਫਾਰਨੀਟ ਸਕੇਲ, ਰਿਊਮਰ ਸਕੇਲ, ਕੈਲਵਿਨ ਸਕੇਲ ਹੈ ਨਾ। ਸੈਲਸੀਅਸ, ਫਾਰਨੀਟ ਅਤੇ ਰਿਊਮਰ 'ਚ ਰਿਲੇਸ਼ਨ ਆ ਸੀਗਾ ਬੇਟਾ, ਅਤੇ ਸੈਲਸੀਅਸ ਅਤੇ ਕੈਲਵਿਨ 'ਚ ਰਿਲੇਸ਼ਨ ਆ ਹੈ ਵੀ ਸੈਲਸੀਅਸ ਵਾਲੇ ਟੈਂਪਰੇਚਰ 'ਚ 273 ਐਡ ਕਰਕੇ ਅਸੀਂ ਉਸ ਨੂੰ ਕਿਸ 'ਚ ਕਨਵਰਟ ਕਰ ਸਕਦੇ ਹਾਂ? ਕੈਲਵਿਨ 'ਚ।
ਜਿਵੇਂ ਆ 0 ਡਿਗਰੀ ਸੈਲਸੀਅਸ ਸੀਗਾ ਹੈ ਨਾ, 0 ਡਿਗਰੀ ਸੈਲਸੀਅਸ ਸੀ, ਇਸ 'ਚ ਆਪਾਂ ਨੇ 273 ਐਡ ਕਰਤਾ, ਇਟ ਬਿਕਮਸ 273 ਕੈਲਵਿਨ। ਕਿਸੇ ਵੀ ਟੈਂਪਰੇਚਰ 'ਚ 273 ਐਡ ਕਰਕੇ ਤੁਸੀਂ ਉਹਨੂੰ ਕੈਲਵਿਨ 'ਚ ਕਨਵਰਟ ਕਰ ਸਕਦੇ ਹੋ। ਹਾਂ, ਟੈਂਪਰੇਚਰ ਸੈਲਸੀਅਸ 'ਚ ਹੋਣਾ ਚਾਹੀਦਾ। ਕਲੀਅਰ? Understand? So this is the concept about heat and temperature. Hope you understand very well. Thank you very much.